सुखमणि सुख अमृत प्रभ नाम भगत जना कै मन विसराम। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, 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 ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਸੰਤ ਜਨਾ ਸਿਮਰਨ
ਰਿੜ ਕਰ ਗਹੋ ਨਾਮ ਹਰ ਵਕਤ ਰਿੜ ਕਰ ਕਹੋ ਨਾਮ ਹਰ ਵਕਤ ਰਿੜ ਕਰ ਗਹੋ ਨਾਮ ਹਰ ਵਕਤ ਰਿੜ ਕਰ ਗਹੋ ਨਾਮ ਹਰ ਵਕਤ ਰਿੜ ਕਰ ਗਹੋ ਨਾਮ ਹਰ
ਸਤਿਕਾਰਯੋਗ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਮੂਲ ਮੰਤਰ ਦੇ ਗੁਣਾਂ ਨੂੰ, ਜੋ ਓਂਕਾਰ ਇੱਕ ਸਵਰੂਪ ਹੈ, ਅਨੇਕ ਵਿੱਚ ਇੱਕ, ਉਸ ਨੂੰ ਸਮਝਣ ਦਾ ਪੈਗਾਮ ਹੈ ਕਿ ਉਹ ਸਤ ਸਵਰੂਪ ਹੈ। ਉਹ ਗੁਣਾਂ ਦੇ ਨਾਲ ਨਾਮ ਤੇ ਵਡਿਆਈ ਬਣ ਕੇ ਪ੍ਰਗਟ ਹੁੰਦਾ ਹੈ। ਉਹ ਸਤਨਾਮ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਟਾਈਮਲੈਸ ਹੈ, ਅਕਾਲ ਮੂਰਤ ਹੈ, ਮੂਰਤ ਰਹਿਤ ਹੈ, ਅਜੂਨੀ ਹੈ, ਜੂਨੀ 'ਚ ਨਹੀਂ ਆਉਂਦਾ, ਆਪਣੇ ਆਪ ਤੋਂ ਪ੍ਰਕਾਸ਼ਿਤ ਹੈ। ਓਂਕਾਰ ਕਿਵੇਂ ਜਾਣਿਆ ਜਾਂਦਾ ਹੈ? ਅਜੂਨੀ ਸਾਹਿਬਾਨ ਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਤਾਂ ਜਿਹੜਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਵਰਡ ਵਿੱਚ ਮੱਕੇ ਮਦੀਨੇ ਤੱਕ ਅਲਾਈਵ ਗੁਰੂ ਨੂੰ ਪ੍ਰਗਟ ਕੀਤਾ ਕਿ ਰਿਚੁਅਲਸ ਨੂੰ ਭੁੱਲ ਜਾਓ, ਤੀਰਥ ਯਾਤਰਾ ਨੂੰ, ਸਵਾਹ ਨੂੰ ਭੁੱਲ ਜਾਓ, ਕੀ ਸਮਝੋ? ਗੁਰ ਪ੍ਰਸਾਦ ਜਾਣੋ, ਗੁਰ ਪ੍ਰਸਾਦ ਜਪ ਆਦਿ ਸੱਚ, ਜਿਹੜਾ ਜੁਗਾਦ ਸੱਚ, ਜਿਹੜਾ ਹੈ ਵੀ ਸੱਚ, ਜਿਹੜਾ ਹੋਸੀ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਾਂ ਇਹ ਮੂਲ ਮੰਤਰ ਦੇ ਗੁਣਾਂ ਨੂੰ ਜਿਹੜਾ ਸੋਚਾਂ 'ਚ ਨਹੀਂ ਆਉਂਦਾ, ਸੋਚਾਂ ਸੋਚ ਨਾ ਹੋਵੇ, ਜਿਹੜਾ ਸਿਆਣਪਾਂ 'ਚ ਨਹੀਂ ਆਉਂਦਾ, ਜਿਹੜਾ ਚੁੱਪੀਆਂ ਤੇ ਮੌਨ ਵਰਤਾਂ ਵਿੱਚ ਨਹੀਂ ਸਮਝਿਆ ਜਾ ਸਕਦਾ, ਜਿਹੜਾ ਭੁੱਖਿਆਂ ਦੀ ਭੁੱਖ ਨਹੀਂ ਉਤਾਰ ਸਕਦਾ, ਪੈਸਾ ਕਮਾਉਣ ਨਾਲ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਉਹਨੂੰ ਗੁਰੂ ਦੇ ਸ਼ਬਦ ਗਿਆਨ ਨਾਲ ਸਮਝੋ, ਵਿਦਿਆ ਲਵੋ। ਇੱਕ ਐਜੂਕੇਸ਼ਨ ਸੀ, ਟੀਚਰ ਸੀ। ਗੁਰੂ ਨਾਨਕ ਸਾਹਿਬ ਨੇ ਹਜ਼ਾਰਾਂ ਟੀਚਰਸ ਤਿਆਰ ਕਰਤੇ। ਕੰਟਰੀ ਦੇ ਦੇਵਲੇ ਟੁੱਟ ਗਏ, ਵੇਦ ਸੜ ਗਏ, ਬਾਹਰਲੇ ਹਮਲਾਵਰਾਂ ਨੇ ਹਜ਼ਾਰਾਂ ਸਾਲ ਸਾਡੀ ਸੰਸਕ੍ਰਿਤੀ ਨੂੰ ਖਤਮ ਕਰ ਦਿੱਤਾ। ਤਾਂ ਟੀਚਰ ਕਿੱਥੇ ਰਹਿ ਗਏ? ਕਬੀਰ ਸਾਹਿਬ, ਨਾਮਦੇਵ ਜੀ, ਰਵਿਦਾਸ ਜੀ ਮਹਾਰਾਜ, ਇਸ ਤਰ੍ਹਾਂ ਦੇ ਮਹਾਨ ਸੰਤ ਬ੍ਰਹਮ ਗਿਆਨੀਆਂ ਨੂੰ ਗੁਰੂ ਨਾਨਕ ਲੱਭਣ ਵੀ ਟੁਰ ਪਏ ਤੇ ਉਹਨਾਂ ਦੇ ਨਾਲ ਸਮਝੌਤਾ, ਪਿਆਰ ਤੇ ਇੱਕ ਬ੍ਰਹਮ ਗਿਆਨ। ਤੇ ਦੇਸ਼ ਵਿੱਚ ਇੱਕ ਆਜ਼ਾਦੀ ਦੀ ਲਹਿਰ, ਕਿਹੜੀ? ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਦੋਂ ਸਿੱਖ ਮਤ ਹੈ ਹੀ ਵਿਦਿਆ ਤੇ ਆਧਾਰਿਤ, ਵਿਦਿਆ ਸਿੱਖਿਆ ਨਾਲ ਹੈ, ਅਕਸ਼ਰ ਗਿਆਨ ਵੀ ਹੈ, ਅਕਸ਼ਰਾ ਅਤੀਤ ਗਿਆਨ ਵੀ ਹੈ। ਸ਼ਬਦ ਗਿਆਨ ਤੇ ਅਕਸ਼ਰ ਗਿਆਨ ਵਿੱਚ ਕੀ ਫਰਕ ਹੈ? ਸ਼ਬਦ ਗਿਆਨ ਹੈ ਕਿ ਟੀਚਰ ਓਰਲੀ ਸਮਝਾਉਂਦੇ ਸਨ। ਕਿਸ ਨੂੰ? ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਸ੍ਰਿਸ਼ਟੀ ਦੇ ਵਿੱਚ ਅਭੇਦ ਵੀ ਹੈ ਤੇ ਸ੍ਰਿਸ਼ਟੀ ਦੇ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ आकाश पैया। तो ये इतना स्पेस साइंस कि धरती में विद्यमान, लावे में विद्यमान, आकाश में विद्यमान। ਜਦੋਂ ਸੁਖਮਨੀ ਸਾਹਿਬ ਨੂੰ ਰਚਨ ਲੱਗੇ ਗੁਰੂ ਅਰਜਨ ਦੇਵ ਜੀ, ਤਾਂ ਜਿਹੜੇ ਸਟੈਪਸ, ਜਿਹੜੀਆਂ ਪੌੜੀਆਂ ਮੂਲ ਮੰਤਰ ਵਿੱਚ ਗੁਰੂ ਤੋਂ ਓਰਲੀ ਮੌਖਿਕ ਗਿਆਨ ਲੈਣ ਦਾ, ਸ਼ਬਦ ਗਿਆਨ ਲੈਣ ਦਾ ਉਪਦੇਸ਼ ਦਿੰਦੀਆਂ ਨੇ, ਉਹ ਅਕਸ਼ਰ ਲਿਖਿਤ ਗਿਆਨ ਦਾ ਵੀ ਉਪਦੇਸ਼ ਦਿੰਦੀਆਂ। ਸਾਡੀ ਸਿੱਖ ਐਜੂਕੇਸ਼ਨਲ ਸਿਸਟਮ, ਸਕੂਲਸ, ਪ੍ਰਿੰਸੀਪਲਸ, ਟੀਚਰਸ, ਕਾਲਜਿਸ, ਯੂਨੀਵਰਸਿਟੀ ਦੇ ਸਕਾਲਰਸ ਦਾ ਧਰਮ ਬਣਦਾ ਹੈ ਕਿ ਇੰਸਟੀਚਿਊਟ, ਇੰਟਰਨੈਸ਼ਨਲ ਇੰਸਟੀਚਿਊਟ ਆਫ ਗੁਰਮਤਿ ਸਟੱਡੀਜ਼ ਦੇ ਜਿਹੜੇ ਵਰਲਡ ਵਿੱਚ ਬੱਚੇ ਬਾਹਰ ਪੈਦਾ ਹੋ ਰਹੇ ਨੇ, ਜਿਹੜੇ ਆਪਣੀ ਪੰਜਾਬੀ ਨੂੰ ਨਹੀਂ ਸਮਝਦੇ, ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਇੱਕ ਬੰਦਾ ਸਫੀਸ਼ੀਐਂਟ ਨਹੀਂ ਹੈ ਸਮਝਾਉਣ ਵਾਸਤੇ ਕਿ ਜਪਜੀ ਸਾਹਿਬ ਦੇ ਜਿਹੜੇ ਫੁੱਟ ਸਟੈਪਸ ਨੇ, ਕਿ ਉਹ ਹੁਕਮ ਚੱਲ ਰਿਹਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ ਦੇ ਆਧਾਰ ਤੇ ਜਦੋਂ ਸਤਿਗੁਰੂ ਨਾਨਕ ਦੇਵ ਜੀ ਹੌਲੇ ਹੌਲੇ ਸੁਣੀਏ ਦੀਆਂ ਪੌੜੀਆਂ ਤੇ ਪਹੁੰਚਦੇ ਨੇ, ਤੇ ਪੁਰਾਣੀ ਜਨਰੇਸ਼ਨ ਨੂੰ
ਜਪਜੀ ਸਾਹਿਬ ਕੰਠਸਥ ਹੁੰਦਾ ਸੀ, ਮੁਜ਼ਬਾਨੀ ਆਉਂਦਾ ਸੀ ਕਿ ਜਪਜੀ ਸਾਹਿਬ ਦਾ ਸੈਂਟਰਲ ਥੀਮ ਸੁਣਨ ਦੇ ਵਿੱਚ ਹੈ। ਕਿਸ ਚੀਜ਼ ਨੂੰ? ਗੁਰੂ ਨਾਨਕ ਸਾਹਿਬ ਦੀ ਉਸ ਨਿਰਗੁਣ ਬ੍ਰਹਮ ਨੂੰ, ਜੋ ਅੰਦਰ ਵੀ ਵਸਦਾ ਹੈ ਤੇ ਬਾਹਰ ਵੀ ਵਸਦਾ ਹੈ। ਉਹਨੂੰ ਯਾਦ ਕਰਨ ਵਿੱਚ, ਯਾਦ ਕਰਨਾ ਕਿਹਨੂੰ ਕਹਿੰਦੇ ਨੇ? ਸਿਮਰਨ ਕਰਨਾ, ਮੈਮੋਰਾਈਜ਼ ਕਰਨਾ। ਜਿਹੜਾ ਗੁਪਤ ਗਿਆਨ ਹੈ, ਆਤਮਿਕ ਗਿਆਨ ਹੈ, ਜਿਹੜਾ ਗੁਰੂ ਦੀ ਰਸਨਾ ਤੋਂ ਹੀ ਜਾਣਿਆ ਜਾ ਸਕਦਾ ਸੀ, ਤੇ ਗੁਰੂ ਨਾਨਕ ਇਨਵਾਈਟ ਕਰਨੇ कि सुनिए सिद्ध पीर सुरना, सुनिए धरत धवल आकाश। नाम के भेद को जानने से धरती का और धरती के नीचे जो काल्पनिक बैल है उसकी थ्योरी को हमारे विद्यालय में बताया जाता है। ਜਿਹੜਾ ਇਹ ਸੁਣਨ ਦਾ ਕਨਸੈਪਟ ਦੀਆਂ 4 ਪੌੜੀਆਂ ਵਿੱਚ ਇੰਨੇ ਵੱਡੇ ਬੈਨੀਫਿਟਸ ਦੱਸੇ ਗਏ ਨੇ, ਉਹ ਫਿਰ ਮੰਨਣ ਵਿੱਚ ਵੀ ਦੱਸੇ ਗਏ ਨੇ। ਮੰਨੇ ਭਾਵੇਂ ਮੋਖ ਦੁਆਰ। ਤਾਂ ਇਹ ਜਿਹੜੀ 15ਵੀਂ 14ਵੀਂ ਪੌੜੀ ਵਿੱਚ ਪੰਜ ਪ੍ਰਵਾਨ ਦਾ ਪੈਗਾਮ ਜਾ ਰਿਹਾ ਹੈ, ਸੁਖਮਨੀ ਸਾਹਿਬ ਉਸੇ ਪੈਟਰਨ ਦੇ ਉੱਪਰ ਲਿਖੀ ਗਈ। ਉਹ 40 ਪੌੜੀਆਂ ਵਿੱਚ ਸੱਚਖੰਡ ਵਿੱਚ ਪਹੁੰਚਾਇਆ ਗਿਆ ਟਰੂਥਫੁਲ ਫੇਜ਼ ਆਫ ਲਾਈਫ, ਜਿਹੜਾ ਅੱਧੇ ਘੰਟੇ ਵਿੱਚ ਸਮਝਣਾ ਤੇ ਕੀ ਲਾਈਫ ਤਾਂ ਸਾਰੀ ਲਾਈਫ ਵੀ ਨਿਕਲ ਜਾਏ। ਤੇ ਰੋਜ਼ਾਨਾ ਇੱਕ ਅੱਛੇ ਟੀਚਰ ਤੋਂ, ਗੁਰਮੁਖ ਸੰਤ ਪਿਆਰੇ ਤੋਂ, ਭਗਤ ਤੋਂ, ਭਾਈ ਸਾਹਿਬਾਨ ਤੋਂ ਰੋਜ਼ਾਨਾ ਗੁਰਦੁਆਰੇ ਵਿੱਦਿਆ ਲੈਣ ਵਾਸਤੇ ਹੁੰਦੇ ਸਨ। ਗੁਰਦੁਆਰੇ ਕੋਈ ਸੰਗਮਰਮਰ ਜਾਂ ਜੰਝ ਘਰ ਜਾਂ ਕੜਾ ਪ੍ਰਸ਼ਾਦ ਵਾਸਤੇ ਨਹੀਂ ਸਨ ਹੁੰਦੇ। ਗੁਰਦੁਆਰੇ ਹੁੰਦੇ ਸਨ ਗੁਰੂ ਦਾ ਦੁਆਰ, ਗੁਰੂ ਕੇ ਦੁਆਰਾ ਗਿਆਨ ਪ੍ਰਾਪਤ ਕਰਨਾ। ਜਦੋਂ ਬਾਹਰਲੇ ਹਮਲਾਵਰਾਂ ਨੇ ਦੇਸ਼ ਦੀ ਕਲਚਰ ਨੂੰ ਰੂਇਨ ਕਰਤਾ ਤੇ ਗੁਰੂ ਨਾਨਕ ਨੇ ਸਾਰੇ ਸੰਤਾਂ ਨੂੰ ਸਾਰੇ ਵਰਲਡ ਵਿੱਚੋਂ ਲੱਭ ਕੇ ਹਿੰਦੂ ਮੁਸਲਮਾਨ ਤੋਂ ਉੱਚਾ ਉੱਠ ਕੇ ਇੱਕ ਸਿੱਖਿਆ ਤੇ ਵਿੱਦਿਆ ਦੇ ਕੇਂਦਰ ਖੋਲ ਦਿੱਤੇ। ਹਰ ਪਿੰਡ ਵਿੱਚ, ਪੰਜਾਬ ਅਤੇ ਪੰਜਾਬ ਤੋਂ ਬਾਹਰ ਸਾਡੇ ਐਜੂਕੇਸ਼ਨਲ ਸਿਸਟਮ ਸ਼ੁਰੂ ਹੋਏ। ਉਹਦਾ ਨਾਮ ਗੁਰਦੁਆਰਾ ਬਣ ਗਿਆ। ਇਕੱਠੇ ਬੈਠ ਕੇ ਰੋਟੀ ਖਾਓ, ਵਿੱਦਿਆ ਲੈਣ ਆਓ। ਸਾਡੇ ਸਕੂਲ ਖੁੱਲ੍ਹ ਗਏ। ਤਾਂ ਇਹ ਜਿਹੜੇ ਪਾਠ ਨੇ, ਜਪਜੀ ਸਾਹਿਬ, ਰਹਿਰਾਸ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, ਇਹ ਮਿਨੀਮਮ 9 ਗੁਰਬਾਣੀਆਂ ਸਮਾਜਿਕ ਇਕੁਐਲਿਟੀ ਵੀ ਪ੍ਰਦਾਨ ਕਰਦੀਆਂ ਨੇ। ਤੇ ਉਹ ਜਿਹੜਾ ਰਹੱਸਵਾਦੀ ਗੁਰੂ ਜੋ ਮੂੰਹ ਜ਼ਬਾਨੀ ਸ਼ਬਦ ਗਿਆਨ ਦਿੰਦੇ ਸਨ, ਜਿਹਦੇ ਵਿੱਚੋਂ ਨਾਮ ਪ੍ਰਗਟ ਹੁੰਦਾ ਸੀ। ਅਸੀਂ ਨਾਮ ਸਮਝਦੇ ਹਾਂ ਨਾਮ ਨੂੰ, ਦਿੱਲੀ ਨਾਂ ਹੈ, ਕਿਸੇ ਵਿਅਕਤੀ ਦਾ ਨਾਂ ਹੈ ਨਾ। ਜਿਹੜਾ ਗੁਰਬਾਣੀ 'ਚ ਨਾਮ ਹੈ ਉਹ ਮਹਿਮਾ ਤੇ ਸਿਫਤ ਤੇ ਪ੍ਰੇਜ਼ ਨੂੰ, ਕਿਹੜੀ ਪ੍ਰੇਜ਼? ਸੂਰਜ ਦੀਆਂ ਕਿਰਨਾਂ ਜਲ ਨੂੰ ਚੂਸਦੀਆਂ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। हे ਰਾਮ, ਸਾਰੀਆਂ ਸੂਰਜ ਦੀਆਂ ਹੀਟ ਐਨਰਜੀਜ਼ ਚਿੱਕੜ ਚੋਂ, ਟੋਬੇ ਚੋਂ, ਦਰਖਤਾਂ ਚੋਂ, ਬਨਸਪਤੀ ਚੋਂ, ਮਨੁੱਖਾਂ ਚੋਂ ਕੁਛ ਚੂਸ ਰਹੀਆਂ ਨੇ। ਇਹ ਕੀ ਹੈ? ਸ਼ਬਦ ਗਿਆਨ, ਓਰਲੀ, ਮੂੰਹ ਜ਼ਬਾਨੀ, ਮੌਖਿਕ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਅਕਸ਼ਰ। ਸਮਝ ਆ ਗਿਆ ਸਾਥ? ਸ਼ਬਦ ਔਰ ਅਕਸ਼ਰ ਦਾ ਭੇਦ ਸਮਝ ਆ ਗਿਆ। ਤਾਂ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਵੀ ਜਦੋਂ ਸਾਡੀ ਸੈਂਸੇਸ਼ਨ ਜਿਹੜੀ ਐਨਰਜੀ ਐਟਰਨਿਟੀ ਬਣ ਕੇ ਗਿਆਨ ਇੰਦਰੀਆਂ ਤੋਂ, ਅੱਖਾਂ, ਨੱਕ, ਕੰਨ ਤੋਂ ਸੁਣ ਕੇ ਸਮਝਦੀ ਹੈ, ਉਹੀ ਤੇ ਓਨਰ ਹੈ ਬੋਡੀ ਦੀ। ਦੱਸੋ ਠੀਕ ਹੈ? ਇਹ ਜੋ ਜੋਤੀ ਹੈ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ। ਕਿਹੜੀ ਜੋਤੀ ਜੋਤ ਰਲੀ? ਸਾਡੀ ਸੈਂਸੇਸ਼ਨ, ਸਾਡੀ ਫੀਲਿੰਗ। ਕਿਹੜੀ ਜੋਤ ਵਿੱਚ ਰਲ ਗਈ? ਜਿਹੜਾ ਗੁਰੂ ਨੇ ਗਿਆਨ ਸਮਝਾਇਆ ਕਿ ਸਪੇਸ ਦੇ ਵਿੱਚ ਜ਼ਮੀਨ ਔਰ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ। ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਤਾਂ ਜਦੋਂ ਗੁਰੂ ਇਸ ਨੂੰ ਰਹੱਸਵਾਦੀ ਗੁਪਤਾ ਨਾਮ ਨੂੰ ਸਮਝਾਉਂਦੇ ਸਨ ਵਿਦਿਆ ਵਿੱਚ, ਤੇ ਸਾਇੰਸ ਸਮਝਾ ਜਾਂਦੇ ਸਨ। ਕੀ ਸਮਝਾ ਜਾਂਦੇ ਸਨ?
कि हे इंसान मरने के बाद ज्योति जोत से नहीं रलती। ਜਿਹੜੇ ਸਾਡੇ ਟੀਚਰਸ ਗੁਰਦੁਆਰਿਆਂ ਵਿੱਚ ਡੈਥ ਦੇ ਉੱਪਰ ਇਸ ਸ਼ਬਦ ਨੂੰ ਸੁਣਾਉਂਦੇ ਨੇ ਕਿ ਲੱਕੜਾਂ ਤੇ ਸੜਨ ਤੋਂ ਬਾਅਦ ਜੋਤੀ ਜੋਤ ਰਲੀ। ਨਹੀਂ ਨਹੀਂ, ਗੁਰੂ ਤੋਂ ਗਿਆਨ ਮਿਲਿਆ ਕਿ ਜਿਹੜੀ ਜੋਤ ਸਾਡੇ ਵਿੱਚ ਵਿਦਿਆਮਾਨ ਹੈ ਉਹ ਬਾਹਰ ਵੀ ਵਿਦਿਆਮਾਨ ਹੈ। ਪਵਨ ਦੇ ਵਿੱਚ ਵੀ ਤੂੰ ਹੀ। ਦੱਸੋ ਠੀਕ ਹੈ ਸਾਧ ਸੰਗਤ? बिल्कुल। पवन है मैं पवन समाया ज्योति में ज्योत रल जाया माटी माटी हुई एक रोवन हार की कवन टेक। ਤਾਂ ਇਹ ਜਿਹੜਾ ਸ਼ਬਦ ਤੋਂ ਨਾਮ ਪ੍ਰਗਟ ਹੋਇਆ, ਕੀ ਪ੍ਰਗਟ ਹੋਇਆ ਕਿ ਸ਼ਬਦ ਆਇਆ ਸੂਰਜ ਦੀਆਂ ਕਿਰਨਾਂ ਨੇ ਜਿਵੇਂ ਸਮੁੰਦਰਾਂ ਤੇ ਦਰਖਤਾਂ ਵਿੱਚੋਂ ਮੋਇਸਚਰ ਨੂੰ ਚੂਸ ਕੇ ਬਦਲਾਅ ਕਰਕੇ ਪਾਣੀ ਵਸਾ ਦਿੱਤਾ। ਇਹ ਮਨੁੱਖ ਤੂੰ ਗੁਰੂ ਤੋਂ ਸ਼ਬਦ ਸਮਝਦੇ ਸਹੀ, ਉਹਦੇ ਨਾਲ ਤੈਨੂੰ ਨਾਮ ਪ੍ਰਗਟ ਹੋਏਗਾ, ਪ੍ਰੇਜ਼ ਪ੍ਰਗਟ ਹੋਏਗੀ ਕਿ ਉਹ ਮੇਰੇ ਵਾਹਿਗੁਰੂ ਤੁਸੀਂ ਸਭ ਦਾ ਚਿੱਕੜ ਚੋਂ ਗੰਧ ਚੂਸ ਕੇ ਸੂਰਜ ਦੇ ਦੁਆਰਾ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਤੁਸੀਂ ਸੂਰਜ ਦੇ ਵਿੱਚੋਂ ਸਭ ਦੀ ਗੰਦਗੀ ਚੂਸ ਕੇ, ਉਹੀ ਗੱਲ ਤੇ ਸੁਖਮਨੀ ਸਾਹਿਬ ਵਿੱਚ ਆਈ ਹੈ, ब्रह्म ज्ञानी सदा निर्दोष जैसे सूर सर्व को सो। दसो ठीक समझ आई है कि जो ब्रह्म के ज्ञाता गुरु नानक देव जी ने बनाए ने शब्द ज्ञान नाल कि अचंभा प्रगट होया कि असी ध्यान ही नहीं दे रहे। ज्ञान इंद्रिया अतीत पार ब्रह्म सूरज विचों सब दा दसवंध 10% डोनेशन लै रहा। अचंभा है कि सूरज चूस सकता है साड़ी बद गंदगी नूं, इस तरह ब्रह्म ज्ञानी भी सूरज की तरह ही होता है। तो दसो ब्रह्म ज्ञानी कोई आसमान चों आंदे ने या अच्छे टू टीचर तो विद्या लैके ब्रह्म ज्ञानी बनते हैं? अच्छे गुरमुख भगत संत। साडा समाज ते गुरमुख संत भगत दा झाड़ू मारना चाहता है। बुकिश ज्ञान नहीं है साध संगत, सुखमनी साहिब का शब्द अर्थ मिल जाएगा। पर जिमें नाम प्रगट होया, महिमा प्रगट हुई, शब्द विचों रहस खुलिया। की रहस खुलिया कि जैसे सूरज दियां किरणां साडे चिक्कड़ विचों नालियां दी बदबू चों भी मॉइस्चर चूस के फिल्टर कर दिंदियां ने, गुरु दे शब्द ज्ञान नाल सूरज किरण मिली, जल का जल हुआ राम। कि जिमें साड़ी जोत मतलब साडा अंतरीव अटर्निटी सर्वव्यापी राम जी नूं जान जाती है, तो जोत जोत च रल जाती। इसी पैटर्न ते इस सचखंडी अवस्था वाल 38 पौड़ियां ले जा रही हैं। जपजी साहिब दी 38 पौड़ियां किधर ले जा रही ने? सो दर के हा सो घर के हा दे द्वारा आकाश दे सारिया गैलेक्सियां नूं बनाण ते चलाण वाला विजुअलाइज कराया जा रहा है, महसूस कराया जा रहा। ते जदों सोदर तो लंघ के गुरु नानक धर्म खंड ज्ञान खंड शर्म खंड चों फिर सचखंडी अवस्था च ले जाके तिथे खंड मंडल वरभंड, वरभंड किहनूं कहंदे ने साध संगत? क्लस्टर ऑफ गैलेक्सीज। ਹੁਣ ਜਦੋਂ ਸਾਡੀ ਗੁਰਮਤਿ ਸਾਇੰਸ ਗਰੁੱਪ ਆਫ ਗੈਲੈਕਸੀਜ਼ ਨੂੰ ਜਾਣਦੀ ਹੈ ਕਿ ਜਿਹੜੇ ਬ੍ਰਹਮ ਗਿਆਨੀ ਗੁਰੂ ਨਾਨਕ ਦੇ ਵਿਦਿਆਲੇ 'ਚ ਬਣਦੇ ਨੇ ਬ੍ਰਹਮ ਗਿਆਤਾ, ਉਹਨਾਂ ਦਾ ਧਿਆਨ ਤੱਲੇ ਪ੍ਰਿਥਵੀ ਦੇ ਉੱਪਰ ਜੋ ਹੋ ਹੱਲਾ ਹੋ ਰਿਹਾ ਨਰਕ ਬਣਿਆ ਹੋਇਆ ਰਾਵਣ ਰਾਜ, ਉਸ ਤੋਂ ਧਿਆਨ ਟੋਟੈਲਿਟੀ ਦੀ ਇਨਫਿਨਿਟੀ ਦੀ ਸਾਇਲੈਂਸ ਵਿੱਚ ਜੋੜ ਕੇ ਸੱਚਖੰਡ 'ਚ ਲੈ ਜਾਂਦਾ। ਤਾਂ ਸੱਚਖੰਡ ਕੀ ਹੈ? ਤਿੱਥੇ ਖੰਡ ਮੰਡਲ वरभंड। तिथे का की मतलब है? उस अवस्था में जो गुरबाणी तो असी ज्ञान लै जाते हाँ कि ध्यान नूं आकाशी ध्यान बना लें, गगन ध्यान बना लें। तो सचखंड वसे निरंकार का मतलब है कि सुखमनी साहिब विच भी ज्ञान खंड नूं 23ਵੀਂ ਅਸ਼ਟਪਦੀ ਵਿੱਚ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ,
ਨਾਨਕ ਮਨ ਪਰਗਾਸ। ਤਾਂ ਸਾਧ ਸੰਗਤ ਇਹ ਜੇ ਦਾਸ ਨੇ 10 ਮਿੰਟ ਲਏ ਨੇ ਭੂਮਿਕਾ ਬਣਾਉਣ ਵਿੱਚ ਕਿ 19ਵੀਂ ਅਸ਼ਟਪਦੀ ਦਾ ਦਾਸ ਨੂੰ ਡਿਊਟੀ ਲਾਈ ਗਈ ਹੈ ਕਿ ਇਹਦੀ ਸ਼ਬਦਾਰਥ ਕਰੋ। ਤੇ 23ਵੀਂ ਅਸ਼ਟਪਦੀ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ ਹੈ ਮੇਰੇ ਗੁਰੂ ਨੇ ਅੱਖਾਂ 'ਚ। ਗਿਆਨ ਅੰਜਨ ਗੁਰ ਦੀਆ, ਸ਼ਬਦ ਗਿਆਨ ਦੀਆ ਕਿ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਿੱਚ ਉਹ ਜੋਤ ਜਿਹਨੂੰ ਅਸੀਂ ਸਰਵਵਿਆਪੀ ਰਾਮ ਵੀ ਕਹਿੰਦੇ ਆ, ਸਰਵਵਿਆਪੀ ਪਰਬ੍ਰਹਮ ਵੀ ਕਹਿੰਦੇ ਆ, ਅਕਾਲ ਪੁਰਖ ਵੀ ਕਹਿੰਦੇ ਆ, ਉਹ ਸਾਡੇ ਵਿੱਚ ਪ੍ਰਗਟ ਹੋਈ ਪੀਰ ਫੀਲ ਦਸਮ ਦੁਆਰ ਤੋਂ ਸਾਨੂੰ ਸਮਝ ਆਈ। ਅਗਿਆਨ ਅੰਧੇਰ ਵਿਨਾਸ਼ ਕਦੋਂ? ਜਦੋਂ ਹਰੀ ਕਿਰਪਾ ਤੇ ਸੰਤ ਭੇਟਿਆ। ਜਦੋਂ ਸੰਤ ਵਰਗਾ ਟੀਚਰ ਮਿਲ ਜਾਏ ਹਰੀ ਕਿਰਪਾ ਨਾਲ ਤਾਂ ਨਾਨਕ ਮਨ ਪ੍ਰਗਾਸ਼, ਮੇਰੇ ਮਨ ਵਿੱਚ ਚਾਨਣਾ ਹੋਇਆ। ਤਾਂ ਸੁਖਮਨੀ ਸਾਹਿਬ ਵੀ ਇਸ ਤਰ੍ਹਾਂ ਹੀ ਫੁੱਟ ਸਟੈਪਸ ਨੇ। ਪਹਿਲੀ ਪੌੜੀ ਅਸ਼ਟਪਦੀ ਵਿੱਚ ਕੀ ਹੈ? ਸਿਮਰਨ ਕਰਨਾ ਸਿੱਖੋ, ਯਾਦ ਕਰਨਾ ਸਿੱਖੋ। ਕਿਸ ਨੂੰ? ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਕੀ ਫਾਇਦੇ ਹੋਣਗੇ? ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਤ ਜਮ ਨਸੈ। ਦੂਤ ਕਿਹਨੂੰ ਕਹਿੰਦੇ ਨੇ? ਮੈਸੇਂਜਰ, ਬੈਕਟੀਰੀਆ, ਦੰਦਾਂ ਦਾ ਬੈਕਟੀਰੀਆ, ਅੱਖਾਂ ਦਾ ਬੈਕਟੀਰੀਆ, ਅਰਥਰਾਈਟਸ ਦਾ, ਕੈਂਸਰ ਦਾ, ਇਹ ਪੈਗਾਮ ਹੈ। ਇਹ ਜਮਦੂਤ ਨੇ ਸਾਡੇ ਅੰਦਰ। ਜਮਜੂਆਂ ਪੜ ਕੇ ਸਾਡੇ ਖਾਣ ਪੀਣ ਤੋਂ, ਸਾਡੀਆਂ ਬੈਡ ਹੈਬਿਟਸ ਤੋਂ ਜਿਹੜੇ ਸਾਡੇ ਅੰਦਰ ਜਮਦੂਤ ਬਣੇ ਹੋਈਆਂ ਬੈਕਟੀਰੀਆਜ਼ ਜਮਦੂਤ ਨੇ, ਉਹ ਨਹੀਂ ਵਸਣਗੇ ਜਦੋਂ ਤੁਸੀਂ ਐਕਟੀਵੇਟ ਹੋ ਜਾਓਗੇ ਸਾਰੇ ਵਿੱਚ ਤੂੰ ਵਸਦਾ। ਤਾਂ ਪਹਿਲੀ ਪੌੜੀ ਅਸ਼ਟਪਦੀ 'ਚ ਕੀ ਹੈ? ਸਿਮਰਨ ਦੇ ਲਾਭ। ਦੂਜੀ ਅਸ਼ਟਪਦੀ ਵਿੱਚ ਕੀ ਹੈ? ਨਾਮ ਦੇ ਗਿਆਨ ਦੇ ਦੁਆਰਾ। ਤੀਜੀ ਅਸ਼ਟਪਦੀ ਵਿੱਚ ਕੀ ਹੈ? ਰਮਈਆ ਤੋਂ ਪਹਿਲੇ ਕੀ ਹੈ? ਜਾਪ ਤਾਪ ਗਿਆਨ ਸਭ ਧਿਆਨ। ਪਿਆਰੇ ਬੱਚਿਓ, ਤੁਸੀਂ ਦੁਨੀਆ 'ਚ ਜਿੱਥੇ ਵੀ ਰਹਿੰਦੇ ਹੋ, ਆਪਣੇ ਸੀਨੀਅਰਸ ਨੂੰ, ਮਾਵਾਂ ਨੂੰ, ਆਪਣੇ ਫਾਦਰ ਸਾਹਿਬ ਨੂੰ, ਭਾਈ ਸਾਹਿਬਾਨ ਨੂੰ ਕਹੋ ਕਿ ਸਾਨੂੰ ਤੀਸਰੀ ਪੌੜੀ ਦਾ ਜਪ ਸੁਖਮਨੀ ਸਾਹਿਬ ਦੀ ਉਹਦੀ ਤੁਲਨਾ ਕਰਕੇ ਦਿਖਾਓ। ਜਾਪ ਤਾਪ ਗਿਆਨ ਸਭ ਧਿਆਨ। ਦੁਨੀਆ ਦੇ ਸਾਰੇ ਜਪ ਤਪ ਤੇ ਗਿਆਨ ਧਿਆਨ ਤੇ 6 ਸ਼ਾਸਤਰਾਂ ਦੀ ਵਿਆਖਿਆ ਸਿੱਖ ਲੈ। ਖਟ ਸ਼ਾਸਤਰ ਸਿਮਰਿਤ ਵਿਖਿਆ। 6 ਸ਼ਾਸਤਰਾਂ ਦੀ ਸਿਮਰਤੀਆਂ ਦੀ ਵਿਆਖਿਆ ਵੀ ਆਂਦੀ ਹੋਵੇ, ਪਰ ਨਹੀਂ ਤੁਲ ਰਾਮ ਨਾਮ ਵਿਚਾਰ। ਨਾਲ ਬੋਲੋ, ਨਹੀਂ ਤੁਲ ਰਾਮ ਨਾਮ ਵਿਚਾਰ। ਤਾਂ ਸਾਧ ਸੰਗਤ, ਇਹ ਕਿਹੜਾ ਰਾਮ ਹੈ ਜਿਸ ਦੇ ਨਾਮ ਦੇ ਵਿਚਾਰ ਦੇ ਤੁਲ ਦੁਨੀਆ ਦੀ ਕੋਈ ਭਗਤੀ ਨਹੀਂ ਹੈ? ਇਹ ਸਿੱਖ ਹੈ, ਇਹ ਸਿੱਖੀਜ਼ਮ ਹੈ। ਇਹ ਗੁਰਮਤਿ ਸਾਇੰਸ ਹੈ ਕਿ ਤੀਸਰੇ ਫੁੱਟ ਸਟੈਪ ਵਿੱਚ ਬਾਬਾ ਜੀ ਤੁਲਨਾ ਕਰਕੇ ਕਹਿੰਦੇ ਨੇ ਕਿ ਰਾਮ ਦੇ ਨਾਮ ਦੇ ਤੁਲ। ਪਰ ਕਿਹੜਾ ਰਾਮ? ਅਯੁੱਧਿਆ ਵਾਲਾ ਜਾਂ ਸ੍ਰਿਸ਼ਟੀ ਦਾ ਸੰਚਾਲਕ ਰਾਮ, ਜਿਸ ਨੇ ਹਜ਼ਾਰਾਂ ਯੁੱਗ ਪੈਦਾ ਕੀਤੇ, ਜਿਹਨੇ ਹਜ਼ਾਰਾਂ ਦੇਵੀ ਦੇਵਤੇ ਪੈਦਾ ਕੀਤੇ, ਜਿਹਨੇ ਹਰ ਯੁੱਗ ਵਿੱਚ ਦੇਵੀ ਦੇਵਤੇ ਭੇਜੇ। ਤਾਂ ਉਹ ਜਿਹੜਾ ਸਰਵਵਿਆਪੀ ਰਾਮ ਹੈ, ਉਸ ਦੇ ਬਰਾਬਰ ਕੋਈ ਭਗਤੀ ਨਹੀਂ ਹੈ। ਨਹੀਂ ਤੁਲ ਰਾਮ ਨਾਮ ਵਿਚਾਰ। ਨਾਲ ਬੋਲੋ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਗੁਰੂ ਦੇ ਦੁਆਰਾ ਇੱਕ ਵਾਰੀ ਰਾਮ ਨਾਮ ਨੂੰ ਮੂੰਹ ਚੋਂ ਬੋਲੋ, 100 ਵਾਰ ਬੋਲਣ ਦੀ ਜ਼ਰੂਰਤ ਨਹੀਂ ਪਏਗੀ। ਤੇ ਚੌਥੀ ਅਸ਼ਟਪਦੀ ਵਿੱਚ ਕੀ ਸਮਝਾਇਆ? ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਮੇਰੇ ਰਮਈਆ ਰਾਮ ਜੀ ਦੇ ਗੁਣਾਂ ਨੂੰ ਯਾਦ ਕਰ ਪਿਆਰਿਆ। ਤੈਨੂੰ ਮਾਂ ਨੇ ਜੰਮਣ ਵਕਤ ਦੁੱਧ ਦਿੱਤਾ ਸੀ। ਇਸ ਸ਼ਬਦ ਗਿਆਨ ਨਾਲ ਕਿ ਰਮਈਆ ਜੀ ਨੇ ਸਾਨੂੰ ਮਾਂ ਦੇ ਢਿੱਡ ਵਿੱਚੋਂ, ਚਾਹੇ ਅਸੀਂ ਹਿਰਨ ਹੋਈਏ, ਚਾਹੇ ਅਸੀਂ ਇਨਸਾਨ ਮਨੁੱਖ ਹੋਈਏ, ਚਾਹੇ ਅਸੀਂ ਗਾਂ ਹੋਈਏ, ਮੈਮਲਸ ਹੋਈਏ, ਬਾਬਾ ਜੀ ਨਾਮ ਅਚੰਭੇ ਦੀ ਪ੍ਰੇਜ਼ ਸਮਝਾਉਣ ਲੱਗੇ ਨੇ ਕਿ ਰਮਈਆ ਕੇ ਗੁਣਾਂ ਨੂੰ ਯਾਦ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਤੇ ਅੰਡਜ ਤੇ ਬੀਜ ਹੈ, ਤੇ ਦ੍ਰਿਸ਼ਟਾਨੀ ਕੀ ਹੈ? ਨਜ਼ਰ ਕੀ ਆ ਰਿਹਾ? ਬੜਾ ਸੋਹਣਾ ਨੱਕ, ਬੜੇ ਸੋਹਣੇ ਦੰਦ, ਬੜੀਆਂ ਸੋਹਣੀਆਂ ਅੱਖਾਂ। ਕਿਹਨੇ ਬਣਾਈਆਂ? ਮਾਂ ਦੇ ਢਿੱਡ ਵਿੱਚ। ਅਸੀਂ ਤੇ ਨਹੀਂ ਬਣਾਈਆਂ, ਸਾਡੇ ਮਾਤਾ ਪਿਤਾ ਨੇ ਨਹੀਂ ਬਣਾਈਆਂ। ਉਹ ਰਮਈਆ ਦੇ ਗੁਣਾਂ ਨੂੰ ਯਾਦ ਕਰ। ਜਿਨ ਤੂੰ ਸਾਜ ਸੰਵਾਰ ਸ਼ਿੰਗਾਰਿਆ,
ਗਰਭ ਅਗਨ ਮੈਂ ਜਿਨਹਿ ਉਭਾਰਿਆ। ਗਰਭ ਦੀ ਅੱਗ ਵਿੱਚ ਜਿਸ ਨੇ ਤੈਨੂੰ ਪ੍ਰੇਰਿਤ ਕੀਤਾ, ਉਹਨੂੰ ਯਾਦ ਕਰ। ਉਹਨੇ ਤੈਨੂੰ ਦੁੱਧ ਦਿੱਤਾ। जिन तू साज समार श्रृंगारिया, गर्भ अगन में जिन्हें उबारिया, पार व्यवस्था तुझे प्यारे, दूध नाम प्रगट हो गया, गुण प्रगट हो गया कि मनुख दी बिरती मायक पदार्थां तो धन दौलत तो इस अचंभे विच गुम गई। ओ मेरे राम वाहिगुरु, तुसी दुनिया दी हर फीमेल नू, किसी स्पीसीज दी नू भी दुध तुसी ही ते बनांदे हो। उस दुध की एक नैक्टर ड्रॉप नाल बच्चे नू ज्ञान दिता गया गुरु अर्जन देव जी ने चौथे फुटस्टैप विच कि तू क्यों जिहा है। गर्भ अगन में जिन्हें उबारिया, बार व्यवस्था तुझे प्यारे, दूध भर जोबन भोजन सुख सूत। जवान होया तैनू भोजन दिता सू, हुण बिरद बया, ऊपर साक सैन, बुढ़ा हो गया हुण तैनू रिश्तेदार दिते सू, ਹੁਣ ਨੂੰਹਾਂ ਧੀਆਂ ਦਿੱਤੀਆਂ ਸੂ ਜਿਹੜੀਆਂ ਤੇਰੇ ਮੂੰਹ 'ਚ ਗਰਾਈ ਪਾਉਂਦੀਆਂ ਨੇ। ਬੁੱਢਿਆ ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਨ। ਤੇਰੇ ਮੂੰਹ ਦੇ ਵਿੱਚ ਲੇਲਾਂ ਡਿੱਗਦੀਆਂ ਨੇ, ਉਹ ਤੈਨੂੰ ਰੋਟੀ ਖਵਾਉਂਦੀਆਂ ਨੇ। ਇਹ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰੇਗਾ ਤਾਂ ਸੁਖਮਨੀ ਸਾਹਿਬ ਜਿਵੇਂ ਇਹਨਾਂ 4 ਪੌੜੀਆਂ ਵਿੱਚ ਵਰਡ ਨੂੰ ਇੱਕ ਪੈਗਾਮ ਭੇਜ ਰਹੀਆਂ ਨੇ ਕਿ ਰੱਬੀ ਗੁਣਾਂ ਨੂੰ ਸਮਝੋ। ਇਹ ਸਾਰਿਆਂ ਨੂੰ ਪ੍ਰਮਾਤਮਾ ਨੇ ਗਿਫਟ ਦਿੱਤਾ ਹੋਇਆ ਹੈ कि इस सारी जिंदगी तू कुछ किया। अंडज और बीज विच तैनू परमात्मा ने जिंदगी बना के बॉडी बनाई। इन्हां सारे गुणां विच कोई तेरा गुण है? तू बुढ़ा हो गया। मुख प्याओ बैठ को दान, ए निर्गुण गुण किछु ना बूझे। हे गुण रहत इंसान ये गुण नहीं बूझेगा कि सारी स्टोरी ही वाहिगुरु जी ने आप बनाई और आप तेरे से करवा दी। जो तेरे कर्मां ते आधारित सी, अच्छाई ते बुराई ते तू सारे कर्म कर दिते। ए निर्गुण गुण किछु ना बूझे, नाल बोलो बख्श ले हो तो नानक सीज है। नानक जी कहते ने कि हे प्रभु बख्शिश करो, हमारा दिमाग माया च ना फसे, असी समझ जाइए। ਤਾਂ 4 ਅਸ਼ਟਪਦੀਆਂ ਵਿੱਚ ਜਿਵੇਂ ਅਸੀਂ ਸੁਖਮਨੀ ਸਾਹਿਬ ਵਿੱਚ ਇੱਕ ਸਕੈਚ ਖਿੱਚ ਰਹੇ ਨੇ ਕਿ ਇਤਨਾ ਵਧੀਆ ਗੁਰਮਤਿ ਵਿਦਿਆਲਿਆ ਹੈ। ਸਾਰੇ ਵਰਲਡ ਦੇ ਦਰਖਤਾਂ ਦੇ ਥੱਲੇ ਬਾਬਾ ਬੁੱਢਾ ਸਾਹਿਬ ਵਰਗੇ ਸੈਂਕੜੇ ਮਹਾਤਮਾ ਬ੍ਰਹਮ ਗਿਆਨੀ ਬੈਠ ਕੇ ਗਿਆਨ ਮੌਖਿਕ ਵੀ ਦੇ ਰਹੇ ਨੇ ਤੇ ਰਿਟਨ ਵੀ ਦੇ ਰਹੇ, ਸਮਝ ਆ ਰਹੇ। ਇਸ ਤਰ੍ਹਾਂ ਹੀ 5ਵੀਂ 6ਵੀਂ ਅਸ਼ਟਪਦੀ ਵਿੱਚ ਨੇਚਰ ਦੇ ਗੁਣਾਂ ਨੂੰ ਪ੍ਰਗਟ ਕਰਦਿਆਂ ਸਾਧੂ ਦੀ ਉਪਮਾ ਕਿਉਂ ਕੀਤੀ ਹੈ? ਤੁਸੀਂ ਹੁਣ ਸਾਧੂ ਹੀ ਤੇ ਹੋ, ਜਿਹੜੀ ਸਾਧਨਾ ਕਰ ਰਹੇ ਹੋ ਕਿ ਪਰਮੇਸ਼ਵਰ ਦੀ ਸਿਫਤ ਸੁਣ ਰਹੇ ਹੋ, ਤੇ ਸਾਧਨਾ ਹੀ ਤੇ ਹੈ। ਉਸ ਦਾ ਨਾਂ ਗੁਰੂ ਨਾਨਕ ਨੇ ਆਪਣੇ ਵਿਦਿਆਲੇ ਦਾ ਪ੍ਰੋਸਪੈਕਟਸ ਦਿਖਾਇਆ। ਸੁਖਮਨੀ ਸਾਹਿਬ ਇੱਕ ਸਿਲੇਬਸ ਦੀ ਸ਼ਕਲ ਵਿੱਚ ਵੀ ਹੈ ਤੇ ਪ੍ਰੋਸਪੈਕਟਸ ਦੀ ਸ਼ਕਲ ਵਿੱਚ ਵੀ है। प्रोस्पेक्टस की है कि हमारे विद्यालय में जगह जगह यूनिवर्सिटी बन गई हैं, दरख्तों के नीचे गरीब लोगों को गुरु नानक पढ़ाते भी हैं अपने स्टूडेंट्स के द्वारा, और वो स्टूडेंट्स टीचर बन के साधु वर्गे ने सेवा भी करते। फिर ब्रह्म ज्ञाता दी महिमा क्यों है? ब्रह्म ज्ञानी का कथया ना जाए अधाकर कि गुरु नानक दे विद्यालय विच इतने उच्चे ब्रह्म ज्ञानी ने एटॉमिक साइंस नूं जानते ने, स्पेस एनर्जी नूं जानते ने, हार्मोन्स नूं जानते ने, क्रोमोसोम्स नूं जानते ने। इस करके कथया ना जाए अथा आखर। गुरु नानक दे सेवक स्टूडेंट जो ब्रह्म ज्ञाता ने उन्हां दी उपमा क्यों हुई? तुसी दसो कि गुरु नानक दी यूनिवर्सिटी दे ब्रह्म ज्ञानी दी सिफत अद्धे अखर जिन्नी कर नहीं सकता कोई वड्डे तो वड्डा स्कॉलर। नाल बोलो ब्रह्म ज्ञानी सर्ब का ठाकुर। ब्रह्म ज्ञानी दी उपमा कोई गुरु नानक तो बाहर ब्रह्म ज्ञानी नहीं ने। जो गुरु नानक ने ब्रह्म ज्ञान समझाया है
ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰੇਰਨਾ ਦੇ ਤੌਰ ਤੇ ਦੱਸਿਆ ਜਾਂਦਾ ਹੈ। ਤਾਂ 12ਵੀਂ ਅਸ਼ਟਪਦੀ 13ਵੀਂ ਅਸ਼ਟਪਦੀ 'ਚ ਜਦੋਂ ਅਸੀਂ ਸੰਤ ਦੀ ਉਪਮਾ ਸੁਣਦੇ ਹਾਂ, ਸੰਤ ਦੀ ਨਿੰਦਾ ਸੁਣਦੇ ਹਾਂ, ਜਦੋਂ ਅਸੀਂ ਫਿਰ ਪਹੁੰਚਦੇ ਹਾਂ ਨਾ, ਮੁਰਧਾਰੇ ਜੋ ਅੰਤਰ ਨਾਮ ਸਰਬ ਮੈਂ ਵੇਖੈ ਭਗ, ਨਿਮਕ ਨਿਮਕ ਠਾਕੁਰ ਨਮਸਕਾਰੇ, ਉਹ ਅਪਰਸ ਸਗਲ ਨਿਸਤਾਰੇ। ਤਾਂ ਜਦੋਂ ਗੁਰੂ ਨਾਨਕ ਹੁਣ ਟਾਈਮ ਦੀ ਕਮੀ ਕਰਕੇ ਕਿ 30-40 ਮਿੰਟ 'ਚ ਗੱਲ ਨਹੀਂ ਸਮਝਾਈ ਜਾ ਸਕਦੀ ਤੇ ਡਿਸਕਨੈਕਟੀਵਿਟੀ ਹੋ ਗਈ ਤੇ ਅਗਲਾ ਲੈਸਨ ਨਹੀਂ ਸਮਝ ਆਏਗਾ। ਤਾਂ ਚਲੋ ਸਤ ਸੰਗਤ, ਅਸੀਂ 18ਵੀਂ ਅਸ਼ਟਪਦੀ ਤੋਂ 17ਵਾਂ ਪਦਾ ਅਖੀਰਲਾ ਜ਼ਰੂਰ ਲਵਾਂਗੇ ਕਿ ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇ। ਪਲੂਰਲ ਆ ਗਿਆ ਕਿ ਸੰਗਤ ਵਿੱਚ ਸੰਤ ਰੂਪ ਰੂਹਾਂ ਦੇ ਸ਼ਰਨ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਚਲੇ ਜਾਓ, ਉਹ ਤੁਹਾਨੂੰ ਸਹੀ ਰਸਤੇ ਤੇ ਲੈ ਜਾਣਗੇ। ਇਹ ਮੇਰੇ ਮਨ ਤਿੰਨ ਕੀ ਓਟ ਲੈ, ਉਹਨਾਂ ਦਾ ਆਸਰਾ ਪਕੜ, ਮਾਇਆਧਾਰੀਆਂ ਦਾ ਨਹੀਂ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਇਹਦਾ ਮਤਲਬ ਸਾਰੀ ਗੱਲ ਪਹਿਚਾਨਦੀ ਹੈ ਨਾ ਕਿ ਇਹ ਦੁਨੀਆ ਦੇ ਲੋਕੋ, ਜਿਨ੍ਹਾਂ ਭਗਤ ਜਨਾਂ ਸੰਤ ਜਨਾਂ ਨੇ ਆਪਣੇ ਰਾਮ ਪ੍ਰਭੂ ਦੀ ਪਹਿਚਾਨ ਕਰ ਲਈ ਹੈ, ਸੋ ਜਨ ਸਰਬ ਥੋਕ ਕਾ ਦਾਤਾ। ਉਹਨਾਂ ਦੇ ਮੂੰਹ ਵਿੱਚੋਂ ਜੋ ਵੀ ਨਿਕਲੇਗਾ ਉਹ ਹੋਲਸੇਲ ਬਲੇਸਿੰਗਸ ਦੇਂਗੇ। ਸੋ ਜਨ ਸਰਬ ਥੋਕ ਕਾ ਦਾਤਾ। ਤਾਂ ਅਸ਼ਟਪਦੀ 18ਵੀਂ ਸ਼ੁਰੂ ਹੋਈ, ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤੇ ਸੀਕੁਐਂਸ ਜੋੜਨ ਵਾਸਤੇ ਬੋਲਿਆ ਗਿਆ ਕਿ ਫਿਰ ਇੱਥੇ ਗੁਰੂ ਰਾਮਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਸਤਪੁਰਖ ਕਹਿ ਕੇ ਕਿ ਅਕਾਲ ਪੁਰਖ ਸਤਪੁਰਖ ਹਨ ਤੇ ਉਹਨਾਂ ਨੂੰ ਜਿਹੜੇ ਜਾਣਦੇ ਹਨ ਉਹ ਸਾਡੇ ਸਤਿਗੁਰੂ ਹਨ। ਕੋਈ ਆਰਡੀਨਰੀ ਸਤਿਗੁਰੂ ਨਹੀਂ ਨੇ। ਅੱਜ ਸੰਸਾਰ ਵਿੱਚ ਬੜੇ ਕੱਚੇ ਗੁਰੂ ਫਿਰਦੇ ਨੇ, ਕਈ ਜੇਲਾਂ ਭੋਗ ਰਹੇ ਨੇ, ਕਈ ਆਪਣੇ ਆਪ ਨੂੰ ਸੱਚਾ ਸੌਦਾ ਕਹਿੰਦੇ। ਦੱਸੋ ਹੈ ਨੇ ਨਾ ਕੱਚੇ ਸੌਦੇ ਵਾਲੇ ਸੱਚੇ ਸੌਦੇ ਬਣੇ। ਪਰ ਗੁਰੂ ਅਰਜਨ ਦੇਵ ਜੀ ਨੇ ਇਸ ਸਿਲੇਬਸ ਵਿੱਚ, ਜਿੱਥੇ ਸਾਰੀ ਵਰਲਡ ਦੀ ਸਾਇੰਸਿਸ ਭਰੀ ਹੈ ਸੁਖਮਨੀ ਸਾਹਿਬ ਵਿੱਚ, ਉੱਥੇ ਇਨਵੀਟੇਸ਼ਨ ਵੀ ਦਿੱਤੀ ਹੈ ਕਿ ਗੁਰੂ ਰਾਮਦਾਸ, ਗੁਰੂ ਨਾਨਕ ਵਰਗਾ ਗੁਰੂ 18ਵੀਂ ਅਸ਼ਟਪਦੀ 'ਚ ਹਾਈਲਾਈਟ ਕੀਤਾ ਗਿਆ ਕਿ ਆਰਡੀਨਰੀ ਸਕੂਲ ਨਹੀਂ ਹੈ ਸਾਡਾ। ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਤਾਂ ਇਹ ਕਿਉਂ ਆਇਆ 18ਵੀਂ ਅਸ਼ਟਪਦੀ ਦੀ ਵਿਆਖਿਆ ਕਿ ਹਾਂ ਇਹ ਹੁਣ ਸਮਝ ਆ ਗਈ ਕਿ ਸੁਖਮਨੀ ਸਾਹਿਬ ਵਿੱਚ ਸਟੈਪ ਵਾਈਜ਼ 18ਵੀਂ ਅਸ਼ਟਪਦੀ ਤੇ ਗੁਰੂ ਦੀ ਵਡਿਆਈ ਇਸ ਕਰਕੇ ਕੀਤੀ ਗਈ ਕਿ ਸਾਡੇ ਕੋਲ ਸਾਡੇ ਵਿਦਿਆਲਿਆ ਵਿੱਚ ਗੁਰੂ ਹਨ, ਟੋਟਕਲੇ ਨਹੀਂ ਹਨ। ਤਾਂ ਆਓ 19ਵੀਂ ਅਸ਼ਟਪਦੀ ਕਿਵੇਂ ਸ਼ੁਰੂ ਹੁੰਦੀ ਹੈ। ਸ਼ਲੋਕ ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਤਾਂ ਇਸ ਸ਼ਲੋਕ ਦਾ ਸਤ ਸੰਗਤ ਜੀ ਜੋ ਜ਼ਿਸ਼ਟ ਤत्व ਹੈ कि ये संसार रूपी विष है ना, धन दौलत माया कोठी, ये तेरे साथ नहीं जाएगा प्यारे। साथ न चाले बिन भजन, प्रभु की वडियाई तो बिना तेरे नाल कुछ नहीं जाना। ये स्वा है, विख्या सगली स्वा छार, हर हर नाम कमावना। हरि रूपी हरि परमेश्वर के नाम नू कमाओ। नानक ए धन सार। नानक जी कहते ने बस इक्को ही धन है, हरि नाम की कमाई करना। हरि नाम की है संगत विचों हरि की वडियाई नूं समझना, ये सार है। तो इसी नूं एक्सप्लेन किया है अष्टपदी। मिलेगा किवें? संत जना मिल करो विचार। संत लभो, कित्थों लभणगे? संगत विच लभणगे। विच संगत हर प्रभ वसे जियो, संगत विच ते हरि जी वसदे ने। ਤਾਂ ਬਾਬਾ ਜੀ ਕਹਿੰਦੇ ਨੇ ਗੁਰਦੁਆਰੇ ਜਾਓ ਤੇ ਸੰਤ ਜਨਾਂ ਦੀ ਭਾਲ ਕਰੋ। ਸਾਡੇ ਭਾਈ ਸਾਹਿਬ ਤੋਂ ਵਧੀਆ ਹੋਰ ਕੋਈ ਸੰਤ ਨਹੀਂ, ਸਾਡੀ ਮਾਂ ਤੋਂ ਵਧੀਆ ਹੋਰ ਕੋਈ ਸੰਤ ਨਹੀਂ, ਫਿਰ ਵੀ ਸੰਤ ਹੁੰਦੇ। ਏਕ ਸਿਮਰ ਨਾਮ ਆਧਾਰ।
ਸਿਰਫ ਇੱਕ ਸਿਮਰਨ ਕਰਨਾ ਹੈ। ਕਿਸ ਚੀਜ਼ ਦਾ? ਨਾਮ ਦੇ ਗਿਆਨ ਦਾ, ਨਾਮ ਦੇ ਰਟਨ ਦਾ ਨਹੀਂ। ਜਿਵੇਂ ਹੁਣੇ ਉਪਮਾ ਦੱਸੀ ਨਾ ਬਈ ਜ਼ਰਰੇ ਜ਼ਰਰੇ ਵਿੱਚ ਉਸ ਦਾ ਨਾਮ ਐਨਰਜੀ ਬਣ ਕੇ ਪ੍ਰੇਜ਼ ਬਣਿਆ ਹੋਇਆ, ਉਹਨੂੰ ਸਮਝੋ, ਸਾਇੰਸ ਹੈ, ਉਹ ਵਿਗਿਆਨ ਹੈ, ਉਹ ਬ੍ਰਹਮ ਗਿਆਨ ਹੈ। ਅਵਰ ਉਪਾਓ ਸਭ ਮੀਤ ਵਿਸਾਰੋ। ਇਹ ਮੇਰੇ ਸੰਸਾਰ ਦੇ ਲੋਗੋ, ਹੋਰ ਉਪਾਏ ਛੋੜ ਦੋ ਤੀਰਥ ਯਾਤਰਾ ਦੇ। ਇਹ ਮੇਰੇ ਮਿੱਤਰੋ, ਵਿਸਾਰ ਦਿਓ, ਇੱਕੋ ਆਸਰਾ ਲੱਭੋ। ਕਿਹੜਾ? ਚਰਨ ਕਮਲ ਰਿਦ ਮਾਹੇ ਉਰਧਾਰੋ। ਹਿਰਦੇ ਵਿੱਚ ਪ੍ਰਭੂ ਜੀ ਦੇ ਚਰਨ ਕਮਲ ਨੂੰ ਵਸਾ ਲਓ। ਤਾਂ ਚਰਨ ਕਮਲ ਕੀ ਹੈ ਸਾਧ ਸੰਗਤ? ਫਸਟ ਸਟੈਪਸ ਆਫ ਐਜੂਕੇਸ਼ਨ। ਚਰਨ ਪੈਰਾਂ ਨੂੰ ਨਹੀਂ ਕਹਿੰਦੇ, ਮਾਸਦਿਆਂ ਨੂੰ। ਜਦੋਂ ਇੱਕ ਬੱਚਾ ਪਹਿਲੀ ਵਾਰ ਗਿਆਨ ਲੈਂਦਾ ਹੈ ਨਾ, ਤਾਂ ਉਹਨੂੰ ਕਹਿੰਦੇ ਨੇ ਪ੍ਰਥਮ ਚਰਨ, ਦੂਤੀਏ ਚਰਨ। ਸਮਝ ਆਈ? ਚਰਨ ਕਮਲ ਰਿਦ ਮਾਹੇ। ਹਿਰਦੇ ਵਿੱਚ ਜਿਹੜਾ ਮੂਲ ਮੰਤਰ ਦਾ ਚਰਨ ਕਮਲ ਹੈ ਕਿ ਉਹ ਪ੍ਰਮਾਤਮਾ ਜਿਹੜਾ ਨਿਰਗੁਣ ਹੈ, ਉਹਨੂੰ ਹਿਰਦੇ ਵਿੱਚ ਵਸਾਓ। ਕਰਨ ਕਾਰਨ ਸੋ ਪ੍ਰਭ ਸਮਰੱਥ। ਪ੍ਰਭੂ ਬਹੁਤ ਸਮਰੱਥਾ ਰੱਖਦਾ ਹੈ, ਕਰਦਾ ਵੀ ਹੋਈ ਹੈ, ਕਰਾਂਦਾ ਵੀ ਹੋਈ ਹੈ। ਦ੍ਰਿੜ ਕਰ ਗਹੋ ਨਾਮ ਹਰ ਵਕਤ। ਸ਼ਰਤ ਕੀ ਹੈ? ਕਿ ਜਿਹੜਾ ਉਹ ਨਾਮ ਸਮਝਾਉਂਦਾ ਹੈ ਨਾ, ਜਿਹੜਾ ਹੁਣ ਹਲੇ ਸਮਝਾਇਆ ਨਹੀਂ ਹੈ, 30-40 ਮਿੰਟ 'ਚ ਇੰਨੀ ਕੀ ਗੱਲ ਹੋ ਸਕਦੀ ਹੈ ਸਾਧ ਸੰਗਤ? ਭੂਮਿਕਾ ਬਣੀ ਹੈ। ਜਦੋਂ ਨਾਮ ਸਮਝਾਇਆ ਜਾਏਗਾ ਤੇ ਨਾਮ ਦਾ ਐਪਟੀਚਿਊਡ ਤਿਆਰ ਕੀਤਾ ਜਾਏਗਾ। ਬੱਚਾ ਕਿੱਥੋਂ ਨਾਮ ਨੂੰ ਸਮਝ ਜਾਏਗਾ? ਨਾਮ ਅੰਮ੍ਰਿਤ ਪੀਓ ਮੇਰੇ ਮਨ, ਨਾਮ ਅੰਮ੍ਰਿਤ ਪੀਓ। ਤਾਂ ਬਾਬਾ ਜੀ ਕੀ ਕਹਿੰਦੇ ਨੇ ਕਿ ਅਗਰ ਤੁਸੀਂ ਨਾਮ ਨੂੰ ਦ੍ਰਿੜ ਕਰ ਲਓਗੇ, ਜੋ ਗੁਰੂ ਦੇ ਭਾਈ ਸਾਹਿਬਾਨ, ਵਜ਼ੀਰ ਸਾਹਿਬਾਨ ਸਮਝਾਉਂਦੇ ਸਨ, ਦ੍ਰਿੜ ਕਰ ਗਹੋ ਨਾਮ ਹਰ ਵਤ। ਵਤ ਦਾ ਕੀ ਮਤਲਬ ਹੈ? ਨਾਮ ਰੂਪੀ ਵਸਤੂ, ਨਾਮ ਰੂਪੀ ਤੋਸ਼ਾ। ਤਾਂ ਬਾਬਾ ਜੀ ਕਹਿੰਦੇ ਨੇ ਇਹ ਤਨ ਸੰਚੋ ਹੋਵੋ ਭਗਵੰਤ। ਨਾਮ ਕੇ ਗਿਆਨ ਨੂੰ ਸੰਚਨਾ, ਇਕੱਠਾ ਕਰਨਾ। ਜਦੋਂ ਭਾਈ ਸਾਹਿਬ ਟੀਚਰ ਗਿਆਨ ਦੇ ਰਹੇ ਹੋਣ ਤੇ ਉਹਨੂੰ ਗ੍ਰਹਿਣ ਕਰਨਾ, ਰਿਸੈਪਟਿਵ ਹੋ ਕੇ ਸਮਝਣਾ। ਭਗਵੰਤ ਕੌਣ ਹੈ? ਪਰਮਾਤਮਾ। ਤਾਂ ਸੰਤ ਜਨਾਂ ਕਾ ਨਿਰਮਲ ਮਨ। ਨਾਲ ਬੋਲੋ, ਸੰਤ ਜਨਾਂ ਕਾ ਨਿਰਮਲ। ਮੰਤ ਦਾ ਮਤਲਬ ਹੈ ਮੰਤਵ। ਮੰਤਰ ਵੀ ਤੇ ਮੰਤਵ ਵੀ, ਮਨੋਰਥ ਵੀ ਨਿਰਮਲ ਹੈ। ਸੰਤ ਜਨ ਸਿਰਫ ਟੀਚਰ ਨੇ, ਪਰਮਾਤਮਾ ਦਾ ਗਿਆਨ ਦਿੰਦੇ ਕਿ ਇਹ ਦੁਨੀਆ ਦੇ ਲੋਕੋ, ਕਿ ਸੰਤ ਜਨ ਭਾਈ ਸਾਹਿਬਾਨ ਜਿਹੜੇ, ਉਹਨਾਂ ਦਾ ਨਿਰਮਲ ਮਨੋਰਥ ਕੀ ਹੈ ਤੇ ਮੰਤਰ ਕੀ ਹੈ, ਮੂਲ ਮੰਤਰ ਦੀ ਵਿਆਖਿਆ ਸਮਝਾਉਂਦੇ। ਏਕ ਆਸ ਰੱਖੋ ਮਨ ਮਾਹੇ। ਇਹ ਮੇਰੇ ਪਿਆਰਿਓ, ਇੱਕ ਆਸ਼ਾ ਮਨ ਵਿੱਚ ਰੱਖੋ ਕਿ ਸਰਬ ਰੋਗ ਨਾਨਕ ਮਿਟ ਜਾਏ। ਆਸ਼ਾ ਕਿਸ ਦੀ ਰੱਖੋ? ਕਿ ਜਿਹੜਾ ਮੇਰੇ ਅੰਦਰ ਸਾਹ ਲੈ ਰਿਹਾ ਹੈ ਨਾ ਬੋਡੀ ਦੇ, ਉਹੀ ਰਾਮ ਹੈ। ਇੱਕ ਆਸ ਰੱਖੋ ਮਨ ਮਾਹੀ। ਇਹ ਮੇਰੇ ਮਨ, ਇੱਕ ਗੱਲ ਆਸ਼ਾ ਰੱਖ ਕਿ ਉਸ ਤੋਂ ਤੂੰ ਉਪਰਾਮ ਨਾ ਹੋ। ਉਹ ਹਾਜ਼ਰ ਹਜ਼ੂਰ ਹੈ, ਤੇਰੇ ਵਿੱਚ ਵੀ ਹੈ ਤੇ ਤੇਰੇ ਬਾਹਰ ਵੀ ਹੈ। ਤੇ ਜਿਹਨੂੰ ਪੱਕਾ ਲੱਗ ਜਾਏ ਕਿ ਮੇਰੇ ਸਾਰੇ ਕੰਮ ਉਹ ਆਪ ਕਰਦਾ ਪਿਆ ਹੈ, ਸਰਬ ਰੋਗ ਨਾਨਕ ਮਿਟ ਜਾਏ। ਨਾਨਕ ਜੀ ਕਹਿੰਦੇ ਨੇ ਉਹਦੇ ਸਾਰੇ ਤਕਲੀਫਾਂ ਖਤਮ ਹੋ ਜਾਂਦੀਆਂ। ਤਾਂ ਦੂਸਰੀ ਪੌੜੀ ਕੀ ਆ ਰਹੀ ਹੈ? ਜਿਸ ਧਨ ਕੋ ਚਾਰ ਕੁੰਟ ਉਠ ਧਾਵੇਂ। ਇਹ ਮਨੁੱਖ, ਜਿਸ ਮਾਇਆ ਦੇ ਧਨ ਨੂੰ ਇਕੱਠਾ ਕਰਨ ਵਾਸਤੇ ਤੂੰ ਦੁਨੀਆ ਦੇ ਚਾਰਾਂ ਕੋਨਿਆਂ ਵਿੱਚ ਨੱਠ ਕੇ ਤੜਪ ਰਿਹਾ ਹੈ, ਸੋ ਧਨ ਹਰ ਸੇਵਾ ਤੇ ਪਾਵੇ। ਰਾਮ ਨਾਮ ਦਾ ਧਨ, ਹਰੀ ਜੀ ਦਾ, ਗੁਰੂ ਜੀ ਦੇ ਗਿਆਨ ਦੇ ਦੁਆਰਾ ਤੂੰ ਧਨ ਇਕੱਠਾ ਕਰਨਾ, ਹਰ ਸੇਵਾ ਤੇ ਪਾਵੇ। ਹਰ ਸੇਵਾ ਦਾ ਕੀ ਮਤਲਬ ਹੈ? ਸਿਮਰਨ। ਗਿਆਨ ਨੂੰ ਸੰਚਿਤ ਕਰ ਕਿ ਸਾਰੀ ਸ੍ਰਿਸ਼ਟੀ ਵਿੱਚ ਉਹ ਨਾ ਨਜ਼ਰ ਆਉਣ ਵਾਲਾ ਸਾਰਾ ਕੰਮ ਆਪ ਕਰ ਰਿਹਾ ਹੈ। ਜਿਸ ਸੁਖ ਕੋ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਕਿ ਸਾਧੂ ਨਾਲ ਪਿਆਰ ਕਰ ਲੈਣਾ, ਸੰਤ ਨਾਲ ਪਿਆਰ ਕਰ ਲੈਣਾ, ਤੈਨੂੰ ਹੋਰ ਕੁਛ ਨਹੀਂ ਕਰਨਾ ਪਏਗਾ।
ਤੂੰ ਹੈ ਮੇਰੇ ਮਿੱਤਰ ਜਿਸ ਸੁਖ ਨੂੰ ਰੋਜ਼ ਭਜ ਰਿਹਾ ਨੱਠ ਰਿਹਾ ਨਿਤ ਵਾਂਛੇ ਮੀਤ ਵਾਂਛਨਾ ਕਰ ਰਿਹਾ ਮੈਨੂੰ ਸੁਖ ਦਿਓ, ਉਹ ਤੈਨੂੰ ਗੁਰੂ ਦੀ ਸੰਗਤ ਵਿੱਚੋਂ ਗੁਰਮੁਖ ਪਿਆਰਿਆਂ ਤੋਂ ਸੰਗਤ ਦੇ ਵਿੱਚ ਵਾਣੀ ਦੇ ਸ਼ਬਦ ਗਿਆਨ ਨਾਲ ਤੈਨੂੰ ਮਿਲ ਸਕਦਾ ਹੈ। ਪਿਆਰ ਪਾ ਸੰਤ ਜਨਾਂ ਦੇ ਨਾਲ ਜਿਸ ਸੋਭਾ ਕੋ ਕਰੇ ਭਲੀ ਕਰਨੀ। ਤੂੰ ਕਿਤਨੀ ਭਲੀਆਂ ਗੱਲਾਂ ਕਰਦਾ ਹੈ, ਪੁੰਨ ਦਾਨ ਕਰਦਾ ਹੈ, ਤੀਰਥ ਯਾਤਰਾ ਕਰਦਾ ਹੈ ਤੇ ਸ਼ੋਭਾ ਵਾਸਤੇ ਕਰਦਾ ਹੈ ਨਾ। ਲੋਕੀ ਮੈਨੂੰ ਕਹਿਣ ਬੜਾ ਸਾਤਵਿਕ ਹੈ, क्यों जी? जिस शोभा को करें भली करनी कि शोभा प्राप्त करने के लिए आप भली करनी करते हो। बाबा जी कहते ने साज शोभा भज हर की शरण। ये प्यारे हो, हरि जी की शरण में चले जाओ ना, वो शोभा अपने आप प्रभु जी देंगे, दुनिया के लोग शोभा नहीं देंगे। नाल बोलो अनेक उपावी रोग न जाए, रोग मिटे हर अवखद लाए। की मीनिंग है अनेका उपाय कर ले, नाम दे सिमरन दे द्वारा ही रोग खत्म होएगा। किसी दुनिया दी दवाई नाल रोग खत्म नहीं होएगा। किसी उपाय नाल किसी टोटकले नाल बीमारी ठीक नहीं होएगी। बीमारी मन दे विच है, अज्ञानता दी। ते गुरु दे ज्ञान ने जाके की समझाना है, रोग मिटे हर अवखद लाए। हरि रूपी औषधि का सिमरन मनन करो, सरब निधान में हरि नाम निधान, जप नानक दरगाह परवान। नानक जी कहते ने कि दरगाह दे विच परवान हो जाओगे दुनिया दे लोगों। सब तो वड्डा खजाना हरि नाम दा ज्ञान है। ठीक है जी? नाल बोलो मन प्रबोध हो हर कह नाए, देह दिस धावत आवे ठाए। कि अपने मन नू समझावो। प्रबोधो दा मतलब है अपने मन नू समझावो हरि नाम दे द्वारा। गुरु तो ज्ञान ले लो, हरि नाम समझ आ जाएगा। भाई सब समझा देंगे, पंज प्यारे समझा देंगे सब तो वड्डा नाम अमृत। कि दसां दिशावां विच जिहड़ा भटक रहा है, यह भी कमा लवां, कोठियां भी बना लवां, फैक्ट्रियां भी बना लां। बई ज्यों सा निकलेगा उसी वक्त डिस्कनैक्ट हो जाएंगियां कोठियां कुठियां, फैक्ट्रियां फैक्ट्रियां। दह दिस धावत आवें ठाए। की मतलब है? दसां दिशावां विच जिहड़ा भटक रहा है हरि नाम विच टिक जाएगा, ताको विघन न लागै कोई। उन्हां भगतां नूं संसार विच कदी विघन पै ही नहीं सकदा। किन्हां नूं? जां कै हृदय वसै हरि सोई, जिन्हां दे हिरदे विच मेरे हरि जी वाहिगुरु जी वसदे ने। हर साह विच उन्हां नूं कदी रुकावट नहीं पै सकदी। कल ताती ठांडा हर नाम। कलयुग बहुत गर्मी की चेष्टा है, साढ़े अंदर चाहत है ना, ये कलयुग है। कल ताती बहुत गर्म है, डिजायर्स ठांडा। ठांडा का मतलब है कूल कर देने वाला, अदृश्य नाम सारी सृष्टि विच व्यापक, वो ठंडा है। सिमर सिमर सदा सुख पाओ। हे भगतो उस दा सिमरन करो, उन्हों याद करो, कल युग तो छुट जाओगे, डिजायर्स तो बच जाओगे, सुख मिलेगा। पौ पौ बिन से पूरन होए आस। डर खत्म हो जाएंगे, आशा पूर्ण हो जाएगी। कदों? जदों नाम दा ज्ञान मिलेगा। गुरु दे वजीर भाई साहब संत जी तो फिर ਉਹਦਾ सिमरन चलेगा, ਉਹਦੀ याद चलेगी। पौ बिन से पूरन होए आस, डर खत्म हो जाएंगे, आशावां पूरियां हो जाएंगियां। कदों? भगत भाए आत्म प्रकाश। जदों प्रेमा भक्ति आ जाएगी, भावना आ जाएगी, हर बंदा ही चंगा लगन लग पेगा। आत्मा दे विच चानना आ जाएगा कि वो जिहड़ा सामने बैठा होया सुन रहा है वो आप ही तो है, ਉਹਦੇ अंदर भी तो वही जोत है। तित घर जाए बसै अविनाशी, कहो नानक काटी जम फासी।
ਨਾਨਕ ਜੀ ਕਹਿੰਦੇ ਨੇ ਬਤਾਓ ਦੁਨੀਆ ਕੋ ਨਾਨਕ ਕਿ ਉਸ ਘਰ ਵਿੱਚ ਜਾ ਕੇ ਵਸਦਾ ਹੈ, ਤਿਤ ਘਰ ਜਾਏ ਬਸੈ ਅਬਿਨਾਸੀ। ਜਿਹੜੇ ਨਾਮ ਦੇ ਗਿਆਨ ਨੂੰ ਸੁਣਦੇ ਨੇ ਉਹਨਾਂ ਦੇ ਸਰੀਰ ਰੂਪੀ ਘਰ ਦੇ ਵਿੱਚ ਉਹ ਅਵਿਨਾਸ਼ੀ ਜੋਤ ਹਮੇਸ਼ਾ ਵਿਦਿਆਮਾਨ ਹੋ ਕੇ ਪ੍ਰਗਟ ਹੋ ਜਾਂਦੀ ਹੈ। ਤੇ ਨਾਨਕ ਜੀ ਕਹਿੰਦੇ ਨੇ ਜਮ ਦੀ ਫਾਂਸੀ ਖਤਮ ਹੋ ਜਾਂਦੀ ਹੈ। ਤਤ ਵਿਚਾਰ ਕਹੇ ਜਨ ਸਾਚਾ। ਹੁਣ ਤੁਸੀਂ ਆਪ ਨਿਸ਼ਪਕਸ਼ ਫੈਸਲਾ ਦਿਓ ਕਿ ਹੁਣ ਤੱਕ ਜੋ ਸੁਣਿਆ ਉਹ ਤत्व ਗਿਆਨ ਨਹੀਂ ਸੀ। ਗੁਰੂ ਨਾਨਕ ਜੀ ਕਹਿੰਦੇ ਨੇ ਕਿ ਉਹ ਲੋਕ ਸੱਚੇ ਨੇ ਜਿਹੜੇ ਤत्व ਦਾ ਵਿਚਾਰ ਕਰਦੇ ਨੇ, ਜਿਹੜੇ ਮਾਈਥੋਲੋਜੀਕਲ ਸਟੋਰੀਜ਼ ਸੁਣਾਉਂਦੇ ਨੇ, ਉਹ ਤत्व ਗਿਆਨ ਨਹੀਂ ਹੁੰਦਾ। ਹੁਣ ਸਾਨੂੰ ਦ੍ਰਿਸ਼ਟਾਂਤ ਮਿਲੇ ਨੇ ਛੋਟੇ ਛੋਟੇ ਕਿ ਤत्व ਗਿਆਨ ਹੀ ਚਾਹੀਦਾ ਹੈ। ਐਬਸਟ੍ਰੈਕਟ ਆਫ ਨੌਲੇਜ, ਜਿੱਥੇ ਨੌਲੇਜ ਖਤਮ ਹੋ ਜਾਏ। तत्व विचार तत्व विचार कहे। जो लोग तत्व विचार को करते हैं, गुरु दे भगत सिख नानक जी कहते ने वो सच्चे होंगे ने, वो सही संत जन होंगे ने। जन्म मरे सो काचो काचा। जेड़े जींदियां जी तृष्णा च ते डिजायर्स विच मरे रहंदे ने, दसो कच्चियां च कच्चे होंदे ने ना, वो फिर जन्म मरण दे गेड़ च पे रहंदे ने ना। आवागमन मिटे प्रभ से। प्रभु जी दी सिमरन ही सिर्फ सिमरन शक्ति ही, मेमोराइजेशन ऑफ द इनविजिबल गॉड which is working in every particle, in every cell, living cell. The whole body is functioning through small invisible cells. तो ਉਹਨੂੰ ਜਿਹੜੇ ਸਮਝ ਜਾਣਗੇ ਗੁਰੂ ਦੇ ਗਿਆਨ ਨਾਲ ਆਵਾਗਮਨ ਤੋਂ ਮੁਕਤ ਹੋ ਜਾਣਗੇ। ਆਵਾਗਮਨ ਮਿਟੇ ਪ੍ਰਭ ਸੇ। ਪ੍ਰਭੂ ਦਾ ਸਿਮਰਨ ਕਰੋ, ਆਪ ਤਿਆਗ ਸ਼ਰਨ ਗੁਰਦੇਵ। ਆਪਾ ਤਿਆਗ ਦਿਓ, ਹੰਕਾਰ ਤਿਆਗ ਦਿਓ, ਆਪਣੀ ਕੋਈ ਐਫਰਟ ਕੰਮ ਨਹੀਂ ਆਏਗੀ। ਸ਼ਰਨ ਵਿੱਚ ਆ ਜਾਓ ਗੁਰਦੇਵ ਦੀ। ਇਉਂ ਰਤਨ ਜਨਮ ਕਾ ਹੋਏ ਉਧਾਰ। ਇਹ ਪਿਆਰਿਓ, ਇਹ ਜੀਵਨ ਰਤਨ ਵਰਗਾ ਹੈ, ਪ੍ਰੀਸ਼ੀਅਸ ਡਾਇਮੰਡ ਵਰਗਾ ਹੈ। जीवन उधार हो जाएगा, भटकना तो छूट जावांगे। हर हर ना हर हर सिमर प्राण आधार। जो प्राणा दा आधार है ना, आसरा है ना, सिर्फ हरि रूपी हरि। हरि रूपी हरि का की मतलब है? सचित आनंद दा खेड़ा गुरु तो ज्ञान विच समझ लो। उस सिवाय प्रेम दे कुछ नहीं है। शरदा ही शरदा है और सेवा ही सेवा है। उस हरि नाम विच टिक जाओ। अनेक उपाव न छूटन हारे। और कोई विधि नहीं है छुटन दी संसार विचों। सिमृत सासत वेद विचार। बोलो ना, सिमृत सासत वेद विचारे। सिमृतियां शास्त्रां ते वेदां दा विचार भी यही है कि और कोई रास्ता नहीं है सिमरन तो बिना। हर की भगत करो मन लाए। नाल बोलो, हर की भगत करो मन लाए। मन बांछत नानक फल पाए। सिमरन करो किस चीज दा? नाम दे ज्ञान। गुरु नानक जी की कह रहे ने, मन बांछत नानक फल पाए। नानक जी कहते ने उन्हां नूं सारियां कामनावां पूरियां हो जांदियां ने ਜਿਹੜੇ गुरु दी संगत विच ਉੱਚੇ ਗੁਰਮੁਖਾਂ ਤੋਂ ਹਰੀ ਨਾਮ ਦਾ ਗਿਆਨ ਲੈ ਕੇ ਹਰੀ ਨਾਮ ਦੇ ਗਿਆਨ ਵਿੱਚ ਟਿਕ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ